Now let us start. So we were studying this particular passage. Then at dawn we came down to a temperate valley. So there are many references in this particular passage. There is a reference to the three trees. So there is a description of the three trees, and then an old white horse, and a water mill, and then a tavern. So there are many things described in this particular passage. So we must keep this in mind that these are the references to the events in the life of Christ. So the remarkable thing is, the beautiful thing about this poem is that T.S. Eliot in this particular passage is referring to the events that will take place in the life of Jesus Christ later when he would become an adult. So, though they are the three magi, they are going to see the little Christ, but on their way, they come across many things, and all these things are symbolic of whatever will happen in the life of an adult Christ. So ਜਦੋਂ Christ ਵੱਡਾ ਹੋ ਜਾਏਗਾ ਤਾਂ ਉਦੋਂ ਉਹਨਾਂ ਦੇ ਲਾਈਫ ਤੇ ਵੀ ਜਿਹੜੇ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਇਸ਼ਾਰਾ ਹੈ, ਉਹਨਾਂ ਵੱਲ ਰੈਫਰੈਂਸ ਹੈ. ਸੋ ਫॉर एग्जांपल a water mill beating the darkness. Beating the darkness means fighting against the darkness. So ਸਾਰੇ ਪਾਸੇ ਹਨੇਰਾ ਹੈ, ਕੱਲੀ ਇੱਕ ਵਾਟਰ ਮਿਲ ਚੱਲ ਰਹੀ ਹੈ, ਇੱਕ ਚੱਕੀ ਚੱਲ ਰਹੀ ਹੈ ਜਿਹੜੀ ਕਿ ਕੀ ਕਰ ਰਹੀ ਹੈ, ਜਿਹੜੀ ਕਿ ਇਟ ਸੀਮਸ ਟੂ ਬੀ ਫਾਈਟਿੰਗ ਦ ਡਾਰਕਨੈਸ. ਸੋ ਇਹ ਡਾਰਕਨੈਸ ਕਿਹੜੀ ਹੈਗੀ ਹੈ? ਦ ਡਾਰਕਨੈਸ ਆਫ ਦ ਟਾਈਮਸ, ਜਿਹੜਾ ਉਸ ਸਮੇਂ ਦਾ ਹਨੇਰਾ ਸੀ ਬੁਰਾਈ ਕਰਕੇ, ਇਵਲ ਕਰਕੇ, ਦ ਡਾਰਕਨੈਸ ਆਫ ਇਵਲ. And then there is a reference to the three trees on the low sky. So three trees ਕਿਹੜੇ ਹੈਗੇ ਹੈ? Three trees are symbolic of the three crosses. So ਜਿਹੜੀ ਸਲੀਬ ਦੇ ਉੱਪਰ, ਜਿਹੜੇ ਕ੍ਰਾਸ ਦੇ ਉੱਪਰ ਜੀਸਸ ਕ੍ਰਾਈਸਟ ਨੂੰ ਟੰਗਿਆ ਗਿਆ ਸੀਗਾ ਔਰ ਜਿੱਥੇ ਕਿ ਇਹਨਾਂ ਦੀ ਮੌਤ ਹੋਈ ਸੀ. ਸੋ ਵੀ ਆਲ ਨੋ ਅਬਾਊਟ ਦ ਸਟੋਰੀ ਕਿ ਉਹਨਾਂ ਨੂੰ ਇੱਕ ਕ੍ਰਾਸ ਜਿਹੜਾ ਕਿ ਉਹ ਖੁਦ ਆਪਣੇ ਕੰਧਿਆਂ ਤੇ ਲੈ ਕੇ ਗਏ ਸੀ, ਖੁਦ ਆਪਣੇ ਸ਼ੋਲਡਰਸ ਤੇ ਲੈ ਕੇ ਗਏ ਸੀ, ਪਹਾੜ ਦੇ ਉੱਪਰ ਚੜ੍ਹ ਕੇ ਗਏ ਸੀਗੇ. ਉੱਥੇ ਉਹਨਾਂ ਨੂੰ ਹੀ ਵਾਜ਼ ਹੈਂਗਡ ਔਨ ਦੈਟ ਕ੍ਰਾਸ. ਉਹਨਾਂ ਨੂੰ ਉਸ ਕ੍ਰਾਸ, ਇੱਕ ਲੱਕੜੀ ਦਾ ਕ੍ਰਾਸ ਸੀ ਜਿਹਦੇ ਉੱਪਰ ਕਿ ਉਹਨਾਂ ਨੂੰ ਉਹਨਾਂ ਦੀ ਬੋਡੀ ਨੂੰ ਕਿੱਲਾਂ ਦੇ ਨਾਲ ਠੋਕਿਆ ਗਿਆ ਸੀ. ਐਂਡ ਹੀ ਵਾਜ਼ ਕ੍ਰੂਸੀਫਾਈਡ ਇਨ ਦਿਸ ਮੈਨਰ. ਔਰ ਕੀ ਵਰਣਨ ਮਿਲਦਾ ਹੈ ਕਿ ਵੈਨ ਹੀ ਵਾਜ਼ ਕ੍ਰੂਸੀਫਾਈਡ, so when he was hanged on that cross, there were two other criminals who were meted out the similar punishment. So ਤਿੰਨ crosses ਸੀਗੇ ਉਸ ਵੇਲੇ ਜਿਹੜੇ ਕਿ ਦਿਖ ਰਹੇ ਸੀ ਉੱਥੇ ਜਦੋਂ ਜੀਸਸ ਕ੍ਰਾਈਸਟ ਨੂੰ ਮੌਤ ਦੀ ਸਜ਼ਾ ਦਿੱਤੀ ਗਈ. ਸੋ ਜਿਹੜੇ ਬਾਕੀ ਦੇ ਦੋ crosses ਸੀ, ਬਾਕੀ ਦੇ ਦੋ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੂੰ ਕਿ ਉਸ ਵੇਲੇ ਸਜ਼ਾ ਮਿਲੀ, they were ordinary criminals. ਉਹ ਇੱਕ ਆਮ ਅਪਰਾਧੀ ਸੀਗੇ ਔਰ ਉਹਨਾਂ ਨੂੰ ਜੀਸਸ ਕ੍ਰਾਈਸਟ ਦੇ ਨਾਲ ਹੀ ਮੌਤ ਦੇ ਘਾਟ ਉਤਾਰਿਆ ਗਿਆ. ਸੋ ਥ੍ਰੀ ਟਰੀਜ਼ ਆਰ ਸਿੰਬੋਲਿਕ ਆਫ ਦੋਜ਼ ਥ੍ਰੀ ਕ੍ਰਾਸਿਸ ਜਿਨ੍ਹਾਂ ਦੇ ਉੱਪਰ ਕਿ ਜੀਸਸ ਕ੍ਰਾਈਸਟ ਨੂੰ ਕ੍ਰੂਸੀਫਾਈ ਕੀਤਾ ਗਿਆ ਸੀ ਅਲੋਂਗ ਵਿਦ two other persons. And an old white horse galloped away in the meadow. Again, old white horse also is symbolic of the horse of Jesus Christ, the Savior. So the white horse symbolizes Jesus Christ only. Then we came to a tavern with vine leaves over the lintel. ਫਿਰ ਉਹ ਇੱਕ ਸਰਾਂ ਦੇ ਵਿੱਚ ਪਹੁੰਚੇ ਜਿੱਥੇ ਕਿ ਇੱਕ ਇਨ ਦੇ INN ਇਨ 'ਚ ਪਹੁੰਚੇ ਜਿੱਥੇ ਕਿ ਕੀ ਸੀਗਾ? there were vine leaves over the lintel. ਗ੍ਰੇਪ ਵਾਈਨਸ ਸੀਗੀਆਂ, ਅੰਗੂਰਾਂ ਦੀਆਂ ਵੇਲਾਂ ਸੀ ਜਿਹੜੀਆਂ ਕਿ ਲਿੰਟਲ ਦੇ ਉੱਪਰ ਚੜ੍ਹ ਰਹੀਆਂ ਸੀ. ਸੋ ਲਿੰਟਲ ਕੀ ਹੁੰਦਾ? ਲਿੰਟਲ ਇਜ਼ ਜਿਹੜੀ ਵੁੱਡ ਲੱਗੀ ਹੁੰਦੀ ਹੈ ਦਰਵਾਜ਼ੇ ਦੇ ਉੱਪਰ, ਜਾਂ ਜਿਹੜਾ ਪੱਥਰ ਲੱਗਾ ਹੁੰਦਾ ਦਰਵਾਜ਼ੇ ਦੇ ਉੱਪਰ, ਉਹਨੂੰ ਲਿੰਟਲ ਕਿਹਾ ਜਾਂਦਾ ਹੈ. ਸੋ ਉਹਦੇ ਉੱਪਰ ਕੀ ਚੜ੍ਹ ਰਹੀਆਂ ਸੀ? ਗ੍ਰੇਪ ਵਾਈਨਸ ਚੜ੍ਹ ਰਹੀਆਂ ਸੀ, ਅੰਗੂਰਾਂ ਦੀਆਂ ਵੇਲਾਂ ਚੜ੍ਹ ਰਹੀਆਂ ਸੀ. 6 hands at an open door dicing for pieces of silver. ਸੋ ਇੱਥੇ ਫਿਰ ਅਗੇਨ pieces of silver, again
refers to the betrayal of Judas. Betrayal ਦਾ ਮਤਲਬ ਵੀ ਕੀ ਹੈ, ਜਦੋਂ ਉਹਨੇ ਧੋਖਾ ਦਿੱਤਾ ਸੀ। ਇਹਨਾਂ ਦਾ ਜਿਹੜਾ ਇੱਕ ਫੋਲੋਅਰ ਸੀ, ਇਹਨਾਂ ਦਾ ਜਿਹੜਾ ਇੱਕ ਚੇਲਾ ਸੀ, ਇੱਕ ਅਨੁਯਾਈ ਸੀ, ਉਹਦਾ ਨਾਮ ਕੀ ਸੀ? ਜੂਡਾਸ, JUDAS। ਸੋ ਉਹਨੇ ਕੀ ਕੀਤਾ ਸੀ? ਉਹਨੇ ਦੋ ਹੀ ਵਾਜ਼ ਅ ਫੋਲੋਅਰ ਆਫ ਕ੍ਰਾਈਸਟ, ਪਰ ਉਹਨਾਂ ਨੇ ਜਦੋਂ ਅਥੋਰਿਟੀਜ਼ ਇਹਨਾਂ ਨੂੰ ਲੱਭਦੀਆਂ ਫਿਰਦੀਆਂ ਸੀ, ਜਦੋਂ ਪੁਲਿਸ ਜਦੋਂ ਉੱਥੋਂ ਦੇ ਜਦੋਂ ਜਿਹੜੀ ਅਥੋਰਿਟੀਜ਼ ਸੀਗੀਆਂ, ਜਿਹੜੇ ਅਫਸਰ ਸੀਗੇ, ਜਦੋਂ ਇਹਨਾਂ ਨੂੰ ਲੱਭ ਰਹੇ ਸੀਗੇ, ਉਦੋਂ ਜੂਡਾਸ ਨੇ ਇਹਨਾਂ ਨੂੰ ਧੋਖਾ ਦਿੱਤਾ ਸੀ ਔਰ ਇਹਨਾਂ ਨੂੰ ਫੜਵਾ ਦਿੱਤਾ ਸੀ। ਸੋ ਔਰ ਉਹਨੇ ਕਾਹਦੇ ਵਾਸਤੇ ਕੀਤਾ ਸੀਗਾ? ਫॉर 30 ਪੀਸਿਸ ਆਫ ਸਿਲਵਰ। ਸੋ ਚਾਂਦੀ ਦੇ 30 ਟੁਕੜਿਆਂ ਵਾਸਤੇ ਉਹਨੇ ਕੀ ਕੀਤਾ ਸੀ? ਉਹਨੇ ਜੀਸਸ ਨੂੰ ਪਕੜਵਾ ਦਿੱਤਾ ਸੀ। ਸੋ ਬਿਟਰੇ ਕੀਤਾ ਸੀ, ਉਹਨੇ ਧੋਖਾ ਦਿੱਤਾ ਸੀ ਜੀਸਸ ਨੂੰ। ਸੋ ਇੱਥੇ ਜਿਹੜੀਆਂ ਪੀਸਿਸ ਆਫ ਸਿਲਵਰ ਹੈ ਉਹ ਕੀ ਹੈਗੇ? ਦੇ ਸਿੰਬੋਲਾਈਜ਼ ਦ ਬਿਟਰੇਅਲ ਆਫ ਜੂਡਾਸ, ਜਿਹਨੇ ਕਿ ਕ੍ਰਾਈਸਟ ਨੂੰ ਧੋਖਾ ਦਿੱਤਾ ਸੀ। ਐਂਡ 6 hands at an open door dicing for pieces of silver। ਸੋ ਕੀ ਦੇਖਦੇ ਕਿ 6 ਹੱਥ ਦਿਖਦੇ ਆ ਸਿਰਫ ਖਿੜਕੀ ਚੋਂ, ਜਿਹੜੇ ਕਿ ਕੀ ਕਰ ਰਹੇ? ਜੂਆ ਖੇਲ ਰਹੇ ਆ। ਸੋ ਇਹ ਕਿਹੜੇ ਹੈਗੇ ਆ? these 6 hands belong to those policemen who were dicing for the pieces of ਸਿਲਵਰ। ਸੋ ਇਹ ਕੌਣ ਸੀਗੇ? ਜਿਹੜੇ ਕਿ ਬਾਅਦ ਦੇ ਵਿੱਚ ਜਿਹੜੇ ਕਿ ਆਫਿਸਰਸ ਸੀ, ਜਿਹੜੇ ਪੁਲਿਸਮੈਨ ਸੀਗੇ, ਜਿਹੜੇ ਕਿ ਜੀਸਸ ਦੇ ਰੋਬਸ ਦਾ ਮਤਲਬ ਕੀ ਹੈ? ਕੱਪੜੇ। ਸੋ ਜੀਸਸ ਦੀ ਮੌਤ ਤੋਂ ਬਾਅਦ ਜਿਹੜੇ ਉਹਨਾਂ ਦੇ ਰੋਬਸ, ROBES, ਉਹਨਾਂ ਵਾਸਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਜੂਆ ਖੇਡਿਆ ਕਿ ਜਿਹੜਾ ਜਿੱਤੇਗਾ ਉਹਨੂੰ ਜੀਸਸ ਦੇ ਰੋਬਸ ਮਿਲ ਜਾਣਗੇ। ਸੋ this is a reference to that। and then so you may write policeman or the men of the king, ਕਿ ਜਿਹੜੇ ਰਾਜੇ ਦੇ ਆਦਮੀ ਸੀ, ਉਹਨਾਂ ਨੇ ਜੂਆ ਖੇਡਿਆ। ਸੋ ਇਹ ਜਿਹੜੇ 6 hands ਹੈ, they are symbolic of those people who diced, ਜਿਨ੍ਹਾਂ ਨੇ ਕਿ ਪਾਸੇ ਸੁੱਟੇ for the robes of Jesus। and then then they are the drunken people who are kicking the empty wine skins। so wine skins ਕੀ ਹੁੰਦੀਆਂ? ਜਿਹੜੀਆਂ ਕਿ ਸੁਰਾਈਆਂ ਬਣੀਆਂ ਹੁੰਦੀਆਂ ਪਰ ਚਮੜੇ ਦੀਆਂ ਬਣੀਆਂ ਹੁੰਦੀਆਂ। ਫੋਰ ਐਗਜ਼ਾਮਪਲ ਬੱਕਰੀ ਦੇ ਸਕਿਨ ਦੀਆਂ, ਗੋਟ ਦੇ ਸਕਿਨ ਦੀਆਂ, ਜਾਂ ਕੈਮਲ ਦੇ ਸਕਿਨ ਦੀਆਂ। ਸੋ ਜਿਹੜੀਆਂ ਮਸ਼ਕਾਂ ਬਣੀਆਂ ਹੋਈਆਂ ਸੀ। ਸੋ ਦ ਬਿਊਟੀ ਆਫ ਦਿਸ ਪਰਟੀਕੂਲਰ ਪੈਸੇਜ ਇਜ਼ ਦੈਟ though the birth of Jesus Christ has just taken place, ਪਰ ਇੱਥੇ ਉਹਨੇ ਕਿਹਨੂੰ ਰੈਫਰ ਕੀਤਾ? He has referred to what would happen to Jesus Christ later in his life। so I hope this lecture, but there was no information, and so we continued and arrived at evening। so ਉਹ ਸਰਾਂ ਦੇ ਕੋਲ ਪਹੁੰਚੇ, ਪਰ again ਉਹਨਾਂ ਨੂੰ ਸਮਝ ਨਹੀਂ ਆਈ ਕਿ ਕਿੱਥੇ ਜਨਮ ਹੋਇਆ ਬੇਬੀ ਕ੍ਰਾਈਸਟ ਦਾ। ਸੋ there was no information, ਕੋਈ ਸੂਚਨਾ ਨਹੀਂ ਸੀ। and so we continued, ਇਸ ਕਰਕੇ ਅਸੀਂ ਅੱਗੇ ਤੁਰੇ ਗਏ। and arrived at evening, ਔਰ ਫਿਰ ਅਸੀਂ ਸ਼ਾਮ ਨੂੰ ਪਹੁੰਚੇ। not a moment too soon, ਕਿ ਸ਼ਾਮ ਤੋਂ ਪਹਿਲਾਂ ਨਹੀਂ, ਸ਼ਾਮ ਨੂੰ ਹੀ ਪਹੁੰਚੇ। finding the place, so we found the place finally where the birth of baby Christ had taken place। it was, you may say, satisfactory। so these lines are very important। so ਇੰਨੀ ਲੰਬੀ ਜਰਨੀ ਕਰਕੇ ਉਹ ਲੋਕ ਉੱਥੇ ਪਹੁੰਚੇ ਆ। ਸੋ ਉਹਨਾਂ ਨੂੰ ਕੀ ਹੋਣਾ ਚਾਹੀਦਾ? they should be very happy and they should be very excited that finally they have found that place for which they had undertaken such an arduous journey। but the interesting thing is, what do they say? it was, you may say, satisfactory। so ਠੀਕ ਸੀ। ਇਸ ਦਾ ਮਤਲਬ ਕੀ ਹੈ ਕਿ ਉੱਥੇ ਪਹੁੰਚ ਕੇ ਉਹਨਾਂ ਨੂੰ ਉਨੀ ਖੁਸ਼ੀ ਤੇ ਉਨੀ ਐਕਸਾਈਟਮੈਂਟ ਨਹੀਂ ਹੋਈ। ਸੋ ਕੈਨ ਯੂ ਥਿੰਕ ਆਫ ਦ ਰੀਜ਼ਨ ਵਾਈ ਵਰ ਦੇ ਨਾਟ ਵੈਰੀ ਹੈਪੀ ਔਨ ਫਾਈਂਡਿੰਗ ਦੈਟ ਪਲੇਸ? ਇੰਨੀ ਮੁਸ਼ਕਿਲ ਨਾਲ ਆਏ। ਸੋ ਇਹ ਕਿਉਂ ਹੋਇਆ? ਬਿਕੋਜ਼ Jesus Christ symbolized a new religion।
ਸੋ ਤੁਹਾਡਾ ਆਪਣਾ ਧਰਮ ਜਿਹੜਾ ਹੈਗਾ, ਜਿਹੜਾ ਤੁਹਾਡਾ ਆਪਣੀ ਵੇ ਆਫ ਥਿੰਕਿੰਗ ਹੈ, ਉਹ ਕਿੰਨੀ ਵੀ ਤੁਹਾਡੇ ਵਾਸਤੇ ਅਨਸੈਟਿਸਫੈਕਟਰੀ ਕਿਉਂ ਨਾ ਹੋਵੇ, ਬਟ embracing something new is always very difficult. Giving up the old and embracing the new, it is something very difficult. So change is always very tough. So ਇਸ ਕਰਕੇ ਇਹਨਾਂ ਨੂੰ ਕੀ ਲੱਗ ਰਿਹਾ ਸੀ, ਉੱਥੇ ਪਹੁੰਚ ਤਾਂ ਗਏ ਪਰ ਓਨੀ ਦਿਲੋਂ ਖੁਸ਼ੀ ਨਹੀਂ ਹੋਈ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਥੋੜ੍ਹੀ ਜਿਹੀ ਅਨਸਰਟਨਟੀ ਸੀ ਨੈਚੁਰਲੀ, ਕਿਉਂਕਿ ਉਹ ਪੁਰਾਣੀ ਚੀਜ਼ ਨੂੰ ਛੱਡ ਕੇ ਨਵੀਂ ਚੀਜ਼ ਨੂੰ ਅਪਣਾਉਣਾ, ਇਹ ਕੀ ਹੈ, ਇਟ ਇਜ਼ ਸਮਥਿੰਗ ਵੈਰੀ ਡਿਫਿਕਲਟ। ਕਈ ਵਾਰੀ ਤੁਸੀਂ ਆਪਣੇ ਧਰਮ ਨਾਲ ਖੁਸ਼ ਨਹੀਂ ਹੋ, ਪਰ ਛੱਡ ਦੇਣਾ ਤੇ ਨਵਾਂ ਰਿਲੀਜਨ ਤੇ ਨਵੀਂ ਵੇ ਆਫ ਥਿੰਕਿੰਗ ਅਪਣਾਉਣਾ, ਇਟ ਬਿਕਮਸ ਵੈਰੀ ਡਿਫਿਕਲਟ। ਸੋ ਇਸ ਕਰਕੇ ਉਹ ਕੀ ਕਹਿੰਦੇ, ਇਟ ਵਾਜ਼ ਯੂ ਮੇ ਸੇ ਸੈਟਿਸਫੈਕਟਰੀ। ਸੋ ਇਹ ਕਹਿਣ ਦੀ ਬਜਾਏ ਕਿ ਇਟ ਵਾਜ਼ ਵੈਰੀ ਗੁੱਡ, ਕੀ ਕਹਿੰਦੇ, ਸੈਟਿਸਫੈਕਟਰੀ, ਕਹਿ ਸਕਦੇ ਹੋ ਕਿ ਠੀਕ ਸੀ। All this was a long time ago. ਸੋ ਇਹ ਜੋ ਹੋਇਆ ਇਹ ਬਹੁਤ ਸਮੇਂ ਪਹਿਲਾਂ ਹੋਇਆ। I remember, ਸੋ ਮੈਨੂੰ ਯਾਦ ਹੈ ਕਿ ਇਹ ਜਿਹੜੀ ਅਸੀਂ ਜਰਨੀ ਕੀਤੀ ਸੀ ਇਹ ਬਹੁਤ ਦੇਰ ਪਹਿਲਾਂ ਹੋਈ ਸੀ। And I would do it again, but set down this, were we led all that way for birth or death? ਸੋ ਫਿਰ ਉਹ ਕੀ ਸੋਚਦੇ ਕਿ ਉਹ ਕੀ ਕਹਿੰਦਾ ਕਿ ਮੈਂ ਲਿਖ ਲਿਆ ਇਹ ਕਿ ਮੈਂ ਇੱਦਾਂ ਦੀ ਜਰਨੀ ਆਈ ਵੁੱਡ ਲਾਈਕ ਟੂ ਅੰਡਰਟੇਕ ਇਟ ਅਗੇਨ ਆਲਸੋ ਇਫ ਆਈ ਗੈਟ ਦ ਚਾਂਸ, ਬਟ ਸੈਟ ਡਾਊਨ ਦਿਸ ਕਿ ਇਹ ਲਿਖ ਕੇ ਹੁਣ ਮੇਰੇ ਮਨ ਦੇ ਵਿੱਚ ਕੀ ਆ ਰਿਹਾ, ਕਿਉਂਕਿ ਉਹ ਲਿਖ ਰਿਹਾ ਨਾ ਇਹਦੇ ਬਾਰੇ। ਸੋ ਦ ਹੋਲ ਪੋਇਮ ਇਜ਼ ਦ ਨਰੇਸ਼ਨ ਆਫ ਵਨ ਮੈਜਾਏ, ਇੱਕ ਜਿਹੜਾ ਵਨ ਮੈਗਸ। ਸੋ ਮੈਗਸ ਦਾ ਜਿਹੜਾ ਪਲੂਰਲ ਹੈ ਉਹ ਕੀ ਹੈ, ਮੈਜਾਏ। ਇਹ ਸੋ ਉਹ ਲਿਖ ਰਿਹਾ ਹੈਗਾ, ਔਰ ਫਿਰ ਉਹ ਕੀ ਕਹਿੰਦਾ ਕਿ ਇੰਨਾ ਲਿਖ ਕੇ ਪੁਰਾਣੀ ਗੱਲ ਯਾਦ ਕਰ ਰਿਹਾ ਕਿ ਮੈਂ ਹੁਣ ਆਪਣੇ ਆਪ ਨੂੰ ਕੀ ਪੁੱਛਣਾ ਚਾਹੁੰਦਾ, ਦਿਸ ਸੈਟ ਡਾਊਨ ਦਿਸ ਕਿ ਇੰਨਾ ਕੁ ਲਿਖ ਕੇ ਕਿ ਬਹੁਤ ਪਹਿਲਾਂ ਹੋਇਆ ਇਹ, ਔਰ ਮੈਂ ਦੁਬਾਰਾ ਵੀ ਇੱਦਾਂ ਦੀ ਜਰਨੀ ਕਰਨਾ ਚਾਹੂੰਗਾ। ਪਰ ਹੁਣ ਮੇਰੇ ਮਨ 'ਚ ਕੀ ਸਵਾਲ ਆ ਰਿਹਾ, ਉਹ ਮੈਗਸ ਕਹਿ ਰਿਹਾ ਵਰ ਵੀ ਲੈਡ ਆਲ ਦੈਟ ਵੇ ਫॉर ਬਰਥ ਔਰ ਡੈਥ। ਸੋ ਫਿਰ ਉਹ ਕੀ ਕਹਿੰਦਾ ਕਿ ਕੀ ਅਸੀਂ ਜਨਮ ਦੇਖਣ ਗਏ ਸੀ ਕਿਸੇ ਦਾ, ਕਿ ਕਿਸੇ ਚੀਜ਼ ਦੀ ਮੌਤ ਦੇਖਣ ਗਏ ਸੀ। ਸੋ ਉਹਨੂੰ ਇਹ ਨਹੀਂ ਸਮਝ ਆ ਰਹੀ। ਸੋ ਇੱਥੇ ਬਰਥ ਕਿਹਦਾ ਹੈਗਾ, ਬੇਬੀ ਕ੍ਰਾਈਸਟ ਦਾ, ਔਰ ਡੈਥ ਕਿਹਦੀ ਹੈ, ਇਟ ਇਜ਼ ਦ ਡੈਥ ਆਫ ਦੇਅਰ ਓਲਡ ਬਿਲੀਵਸ, ਆਫ ਦੇਅਰ ਓਲਡ ਰਿਲੀਜਨ। ਉਹਨਾਂ ਦੇ ਪੁਰਾਣੇ ਧਰਮ ਦੀ ਮੌਤ ਹੈ, ਉਹਨਾਂ ਦੀ ਪੁਰਾਣੀ ਵੇ ਆਫ ਥਿੰਕਿੰਗ ਦੀ ਮੌਤ ਹੈ। ਸੋ ਉਹਨੂੰ ਕੀ ਲੱਗਦਾ ਕਿ ਕੀ ਅਸੀਂ ਕੀ ਦੇਖਣ ਗਏ ਸੀ, ਬਰਥ ਦੇਖਣ ਗਏ ਸੀ ਕਿ ਡੈਥ ਦੇਖਣ ਗਏ ਸੀ, ਕਿਉਂਕਿ ਉਹਨਾਂ ਦਾ ਜਿਹੜਾ ਧਰਮ ਸੀ ਉਹ ਹੁਣ ਬਦਲਣ ਵਾਲਾ ਸੀ, ਉਹਨਾਂ ਦੀ ਸੋਚ ਬਦਲਣ ਵਾਲੀ ਸੀ। ਦੇयर ਵਾਜ਼ ਅ ਬਰਥ ਸਰਟਨਲੀ ਕਿ ਇਹ ਤਾਂ ਪੱਕਾ ਹੈ ਕਿ ਉੱਥੇ ਬਰਥ ਤਾਂ ਹੋਇਆ ਹੀ ਸੀ ਜੀਸਸ ਕ੍ਰਾਈਸਟ ਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਰਟਨਲੀ ਦਾ ਮਤਲਬ ਕੀ ਹੈ, ਬੇਸ਼ੱਕ, ਕਿ ਉੱਥੇ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਬੇਬੀ ਕ੍ਰਾਈਸਟ ਵਾਜ਼ ਦੇਅਰ। ਵੀ ਹੈਡ ਐਵੀਡੈਂਸ ਐਂਡ ਨੋ ਡਾਊਟ ਕਿ ਉਹਦੇ ਤਾਂ ਪੂਰੇ ਸਬੂਤ ਮਿਲ ਗਏ ਸੀ ਕਿ ਬਰਥ ਹੋਇਆ। ਸੋ ਕੈਪੀਟਲ ਬੀ ਹੈ ਦਾ ਮਤਲਬ ਕਿ ਬਰਥ ਆਫ ਸਮਵਨ ਵੈਰੀ ਸਪੈਸ਼ਲ, ਬਰਥ ਆਫ ਯੂ ਮੇ ਸੇ ਗॉड। ਸੋ ਵੀ ਹੈਡ ਐਵੀਡੈਂਸ ਐਂਡ ਨੋ ਡਾਊਟ, ਪੂਰੇ ਸਬੂਤ ਸੀ ਔਰ ਕੋਈ ਸ਼ੱਕ ਨਹੀਂ ਸੀ। ਆਈ ਹੈਡ ਸੀਨ ਬਰਥ ਐਂਡ ਡੈਥ। ਫਿਰ ਉਹ ਕੀ ਕਹਿੰਦਾ ਕਿ ਇਸ ਤੋਂ ਪਹਿਲਾਂ ਵੀ ਮੈਂ ਕਈ ਜਨਮ ਦੇਖੇ ਤੇ ਕਈ ਮੌਤਾਂ ਦੇਖੀਆਂ ਲੋਕਾਂ ਦੀਆਂ, ਛੋਟੇ ਬੱਚਿਆਂ ਦੇ ਕਈ ਜਨਮ ਦੇਖੇ, ਬਟ ਹੈਡ ਥੋਟ ਦੇ ਵਰ ਡਿਫਰੈਂਟ। ਪਰ ਮੈਂ ਹਮੇਸ਼ਾ ਹੀ, ਮੈਨੂੰ ਕੀ ਲੱਗਦਾ ਸੀ ਕਿ ਜਨਮ ਅਲੱਗ ਚੀਜ਼ ਹੈ ਤੇ ਮੌਤ ਅਲੱਗ ਚੀਜ਼ ਹੈ, ਕਿਉਂਕਿ ਜਨਮ ਹਮੇਸ਼ਾ ਫੈਮਿਲੀ 'ਚ ਕੀ ਲੈ ਕੇ ਆਉਂਦਾ ਹੈ, ਜਾਂ ਕਿਤੇ ਵੀ ਕਿਸੇ ਦਾ ਜਨਮ ਹੁੰਦਾ ਹੈ, ਇਟ ਬ੍ਰਿੰਗਸ ਹੈਪੀਨੈਸ ਆਲ ਅਰਾਊਂਡ, ਯੂ ਸੈਲੀਬ੍ਰੇਟ ਦ ਬਰਥ ਆਫ ਅ ਬੇਬੀ। ਔਰ ਡੈਥ ਹਮੇਸ਼ਾ ਅਲੱਗ ਚੀਜ਼ ਹੁੰਦੀ ਹੈ, ਡੈਥ ਆਲਵੇਜ਼ ਬ੍ਰਿੰਗਸ ਸੈਡਨੈਸ, ਡੈਥ ਆਲਵੇਜ਼ ਬ੍ਰਿੰਗਸ ਗ੍ਰੀਫ। ਸੋ ਦੇ ਆਰ ਟੂ ਐਂਟਾਇਰਲੀ ਡਿਫਰੈਂਟ ਥਿੰਗਸ, these two things, birth and death. ਸੋ ਕੀ ਕਹਿੰਦਾ ਕਿ ਮੈਨੂੰ ਸ਼ੁਰੂ ਤੋਂ ਕੀ ਲੱਗਾ ਸੀ ਕਿ ਮੌਤ ਅਲੱਗ ਚੀਜ਼ ਹੁੰਦੀ ਹੈ ਤੇ ਜਨਮ ਅਲੱਗ ਚੀਜ਼ ਹੁੰਦੀ ਹੈ। I had always thought like this. This birth was hard and bitter agony for us. ਪਰ ਇਹ ਅਜੀਬ ਗੱਲ ਹੈ ਕਿ ਜਿਹੜਾ ਅਸੀਂ ਉੱਥੇ ਜਾ ਕੇ ਬਰਥ ਵਿਟਨੈਸ ਕੀਤਾ ਜੀਸਸ ਕ੍ਰਾਈਸਟ ਦਾ, ਉਹ ਕੀ ਸੀਗਾ, it was a very difficult experience for us, and bitter agony. Agony again means painful. It was, so agony means pain. So ਇਹ ਜਿਹੜਾ ਬਰਥ ਆਪਾਂ ਦੇਖਿਆ ਇਹ ਕੀ ਸੀਗਾ, it was something very painful for us. So ਇਹ painful ਕੀ ਚੀਜ਼ ਹੈਗੀ, it is the giving up of old religion and old way of thinking. ਇਹ ਕੀ ਹੈ, this is something very painful. So ਕੀ ਕਹਿੰਦਾ ਕਿ ਇਹ ਜਿਹੜਾ ਜਨਮ ਸੀ ਇਹ ਸਾਡੇ ਵਾਸਤੇ ਕੀ ਸੀਗਾ, ਬਹੁਤ ਹੀ ਜ਼ਿਆਦਾ ਇੱਕ
ਤਕਲੀਫ ਦੇ ਚੀਜ਼ ਸੀਗੀ। ਲਾਈਕ ਡੈਥ ਆਵਰ ਡੈਥ, ਕਿ ਇਹ ਤਾਂ ਇਹ ਵਾਲਾ ਜਿਹੜਾ ਬਰਥ ਅਸੀਂ ਦੇਖਿਆ ਤਾਂ ਇੱਦਾਂ ਲੱਗਦਾ ਸੀ ਇੱਦਾਂ ਕਿ ਮੌਤ ਹੈਗੀ ਕਿਸੇ ਦੀ, ਇੰਨੀ ਸਾਨੂੰ ਉੱਥੇ ਸਾਨੂੰ ਇੱਕ ਪੀੜਾ ਦਾ ਅਨੁਭਵ ਹੋਇਆ। ਇਟ ਵਾਸ ਜਸਟ ਲਾਈਕ ਆਵਰ ਡੈਥ। ਸੋ ਇੱਥੇ ਕਿਸ ਚੀਜ਼ ਦੀ ਮੌਤ ਹੋਈ ਹੈ? ਉਹਨਾਂ ਦੀ ਪੁਰਾਣੀ ਸੋਚ ਦੀ, ਉਹਨਾਂ ਦੇ ਪੁਰਾਣੇ ਧਰਮ ਦੀ, ਔਰ giving up your old religion, your own old way of thinking is very difficult. So ਇਹ ਇੱਕ ਤਰ੍ਹਾਂ ਦੀ ਮੌਤ ਦੇ ਬਰਾਬਰ ਸੀ। Palaces, these kingdoms. So ਉਸ ਤੋਂ ਬਾਅਦ ਉਹ ਦੇਖ ਕੇ the three magi, they returned to their palaces, ਆਪਣੇ ਮਹਿਲਾਂ 'ਚ ਵਾਪਸ ਆ ਗਏ, ਆਪਣੇ ਸਲਤਨਤਾਂ ਦੇ ਵਿੱਚ, ਆਪਣੀਆਂ ਕਿੰਗਡਮਸ ਦੇ ਵਿੱਚ ਵਾਪਸ ਆ ਗਏ। ਬਟ ਨੋ ਲੋਂਗਰ ਐਟ ਈਜ਼ ਹੀਅਰ, ਪਰ ਇੱਥੇ ਆ ਕੇ ਉਹਨਾਂ ਨੂੰ ਚੈਨ ਨਹੀਂ ਸੀ। ਇਨ ਦ ਓਲਡ ਡਿਸਪੈਂਸੇਸ਼ਨ, ਸੋ ਡਿਸਪੈਂਸੇਸ਼ਨ ਇਜ਼ ਇਨ ਦ ਓਲਡ ਰਿਲੀਜਨ। ਸੋ ਹੁਣ ਕਿਉਂਕਿ ਉਹਨਾਂ ਨੂੰ ਚੈਨ ਨਹੀਂ ਸੀ, ਕਿਉਂਕਿ ਦੇ ਹੈਡ ਵਿਟਨੈਸਡ ਦ ਨਿਊ ਰਿਲੀਜਨ। ਸੋ ਪੁਰਾਣੇ ਵਿੱਚ ਉਹਨਾਂ ਨੂੰ ਚੈਨ ਨਹੀਂ ਸੀ। ਵਿਦ ਐਨ ਏਲੀਅਨ ਪੀਪਲ ਕਲਚਿੰਗ ਦੇਅਰ ਗੋਡਸ, ਔਰ ਉਹਨਾਂ ਨੂੰ ਆਪਣੇ ਹੀ ਜਿਹੜੇ ਉਹਨਾਂ ਦੇ ਕਿੰਗਡਮਸ ਦੇ ਲੋਕ ਸੀਗੇ, ਜਿਹੜੇ ਉਹਨਾਂ ਦੀ ਆਪਣੀ ਪ੍ਰਜਾ ਸੀ, ਉਹਨਾਂ ਨੂੰ ਕੀ ਲੱਗਣ ਲੱਗ ਪਈ? ਏਲੀਅਨ। ਏਲੀਅਨ ਮੀਨਸ ਅਜਨਬੀ ਲੱਗਣ ਲੱਗ ਪਏ, ਸਟ੍ਰੇਂਜਰਸ ਲੱਗਣ ਲੱਗ ਪਏ। ਕਿਉਂ? ਕਿਉਂਕਿ ਉਹਨਾਂ ਦੀ ਸੋਚ ਪੁਰਾਣੀ ਸੀ, ਔਰ ਇਹਨਾਂ ਦਾ ਰਿਲੀਜੀਅਨ ਬਦਲ ਚੁੱਕਾ ਸੀ, ਇਹਨਾਂ ਦੀ ਸੋਚ ਇਹਨਾਂ ਦੀ ਸੋਚ ਨਵੀਂ ਹੋ ਚੁੱਕੀ ਸੀ। ਵਿਦ ਐਨ ਏਲੀਅਨ ਪੀਪਲ ਕਲਚਿੰਗ ਦੇਅਰ ਗੋਡਸ। ਸੋ ਕਿਉਂਕਿ ਉਹ ਜਿਹੜੇ ਕਲਚਿੰਗ ਦੇਅਰ ਗੋਡਸ ਮੀਨਸ ਪੁਰਾਣੇ ਹੀ ਧਰਮ ਨੂੰ ਜੱਫਾ ਪਾ ਕੇ ਜਿਹੜੇ ਬੈਠੇ ਹੋਏ ਸੀਗੇ, ਉਹਨਾਂ ਦੇ ਆਪਣੀ ਪ੍ਰਜਾ, ਉਹਨਾਂ ਨੂੰ ਕੀ ਲੱਗਣ ਲੱਗ ਪਈ? ਅਜਨਬੀ ਲੱਗਣ ਲੱਗ ਪਈ, ਸਟ੍ਰੇਂਜਰਸ ਲੱਗਣ ਲੱਗ ਪਈ। ਸੋ ਜਿਹੜੇ ਕਿ ਪੁਰਾਣੇ ਦੇਵਤਾਵਾਂ ਨੂੰ ਹੀ ਗਲੇ ਲਗਾ ਕੇ ਬੈਠੇ ਹੋਏ ਸੀ। ਵਿਦ ਐਨ ਏਲੀਅਨ ਪੀਪਲ ਕਲਚਿੰਗ ਦੇਅਰ ਗੋਡਸ, ਆਈ ਸ਼ੁੱਡ ਬੀ ਗਲੈਡ ਆਫ ਅਨਦਰ ਡੈਥ। ਸੋ ਕੀ ਕਹਿੰਦਾ ਕਿ ਆਈ ਵੁੱਡ ਬੀ ਵੈਰੀ ਹੈਪੀ ਇਫ ਆਈ ਡਾਈ ਨਾਓ ਐਂਡ ਇਫ ਆਈ ਐਮ ਰੀਬੋਰਨ ਐਜ਼ ਅ ਕ੍ਰਿਸਚਨ ਨਾਓ, ਕਿ ਕਾਸ਼ ਹੁਣ ਮੇਰੀ ਮੌਤ ਹੋ ਜਾਵੇ ਤੇ ਮੇਰਾ ਜਨਮ ਕਿੱਦਾਂ ਹੋਵੇ? ਐਜ਼ ਅ ਕ੍ਰਿਸਚਨ। ਸੋ ਵਾਈ ਡਜ਼ ਹੀ ਸੇ ਸੋ? ਕਿਉਂਕਿ ਜਦੋਂ ਜਨਮ ਹੀ ਐਜ਼ ਅ ਕ੍ਰਿਸਚਨ ਹੋਊਗਾ, ਦੈਨ he would not have that pain that comes when you change your religion. ਕਿਉਂਕਿ ਜਨਮ ਹੀ ਉੱਦਾਂ ਹੋਇਆ ਤਾਂ ਉਸੇ ਪਰਿਵਾਰ ਦੇ ਵਿੱਚ, ਫਿਰ ਨੈਚੁਰਲੀ ਤੁਹਾਨੂੰ ਉਸ ਤਰ੍ਹਾਂ ਦੀ ਦੁਵਿਧਾ ਨਹੀਂ ਮਹਿਸੂਸ ਹੁੰਦੀ ਜਿੱਦਾਂ ਦੀ ਕਿ ਤੁਹਾਨੂੰ ਕਦੋਂ ਹੁੰਦੀ ਹੈ? when you change your religion. So now I hope this poem is clear, and now I start with your questions. So first is the short answer questions. What was the weather like during the journey of the Magi? So journey of the Magi, so as you all know, ਜਨਮ ਕਦੋਂ ਹੋਇਆ ਸੀ ਕ੍ਰਾਈਸਟ ਦਾ? 25th of December, ਜਿਹਨੂੰ ਆਪਾਂ ਕ੍ਰਿਸਮਸ ਡੇ ਕਹਿੰਦੇ ਹਾਂ। ਉਦੋਂ ਠੰਡ ਹੁੰਦੀ ਹੈ। ਸੋ ਇਹ ਮੌਸਮ ਕਿਹੜਾ ਸੀਗਾ? ਠੰਡ ਦਾ ਮੌਸਮ ਸੀਗਾ। ਸੋ ਫਿਰ ਤੁਸੀਂ ਸਾਰਾ ਦੱਸੋਗੇ। ਇਟ ਸੀਮਡ ਟੂ ਬੀ ਦ ਵਰਸਟ time of the year. The winter was at its peak, P-E-A-K, ਆਪਣੀ ਚੋਟੀ ਤੇ ਸੀ ਸਰਦੀ। Then what did the travelers in journey of the Magi regret? ਕਿ ਉਹਨਾਂ ਨੂੰ ਕਿਹੜੀ ਚੀਜ਼ ਬਾਰ-ਬਾਰ ਯਾਦ ਆ ਰਹੀ ਸੀ, ਔਰ ਕਿਹੜੀ ਚੀਜ਼ ਤੋਂ ਪਛਤਾ ਰਹੇ ਸੀ ਕਿ ਉਹਨਾਂ ਨੇ ਕਿਹੜੇ ਟਾਈਮ ਦੇ ਵਿੱਚ ਇਹ ਸਫ਼ਰ ਸ਼ੁਰੂ ਕੀਤਾ ਹੈ? ਉਹਨਾਂ ਨੂੰ ਆਪਣੇ ਮਹਿਲ ਯਾਦ ਆ ਰਹੇ ਸੀਗੇ, ਜਿੱਥੇ ਕਿ ਮੌਸਮ ਵਧੀਆ ਹੈ, ਜਿਹੜੇ ਉਹਨਾਂ ਦੇ ਸਮਰ ਪੈਲੇਸਿਸ ਹੈ, ਕਿਉਂਕਿ ਉਸ ਵੇਲੇ ਉਹਨਾਂ ਦੀ ਆਪਣੀ ਕੰਟਰੀ ਦੇ ਵਿੱਚ ਮੌਸਮ ਜਿਹੜਾ ਸੀ ਉਹ ਠੀਕ ਸੀ। ਸੋ ਦੇ ਵਰ ਮਿਸਿੰਗ ਦੋਜ਼ ਪੈਲੇਸਿਸ। ਨੈਕਸਟ ਸ਼ਾਰਟ ਆਂਸਰ ਕੁਐਸਚਨ ਇਜ਼ ਵਾਈ ਡਿਡ ਦ ਮੈਜਾਈ ਪ੍ਰੀਫਰ ਟੂ ਟਰੈਵਲ ਐਟ ਨਾਈਟ? ਇਸ ਇੱਥੇ ਵਾਈ ਡਿਡ ਦੇ ਪ੍ਰੀਫਰ ਟੂ ਟਰੈਵਲ ਐਟ ਨਾਈਟ? ਕਿਉਂ? ਕਿਉਂਕਿ ਉਹਨਾਂ ਨੂੰ ਰਾਤ ਨੂੰ ਟਿਕਾਣੇ ਹੀ ਨਹੀਂ ਮਿਲਦੇ ਸੀਗੇ ਲੇਟ ਸੌਣ ਵਾਸਤੇ। ਦੇ ਕੁਡ ਨਾਟ ਫਾਈਂਡ ਅ ਰੂਫ ਓਵਰ ਦੇਅਰ ਹੈਡਸ, ਕਿਉਂਕਿ ਸ਼ਹਿਰਾਂ ਦੇ ਲੋਕ ਵੀ ਨਹੀਂ, ਸਿਟੀਜ਼ ਵੱਡੇ ਸ਼ਹਿਰਾਂ ਦੇ ਵੀ ਨਹੀਂ ਲੋਕ ਉਹਨਾਂ ਨਾਲ ਦੁਸ਼ਮਣੀ ਵਾਲਾ ਵਤੀਰਾ ਕਰਦੇ ਸੀ। ਜਿਹੜੇ ਛੋਟੇ ਟਾਊਨਸ ਦੇ ਸੀ, ਈਵਨ ਦੇ ਵਰ ਨਾਟ ਵੈਰੀ ਫਰੈਂਡਲੀ, ਪਿੰਡ ਗੰਦੇ ਸੀ, ਔਰ ਪੈਸੇ ਬਹੁਤ ਜ਼ਿਆਦਾ ਉਹ ਮੰਗਦੇ ਸੀਗੇ ਰਾਤ ਨੂੰ ਇਹਨਾਂ ਨੂੰ ਕਮਰਾ ਦੇਣ ਵਾਸਤੇ। ਸੋ ਇਸ ਕਰਕੇ ਇਹਨਾਂ ਨੇ ਕੀ ਸੋਚਿਆ ਕਿ ਇਹਨਾਂ ਨੂੰ ਚੰਗਾ ਕੀ ਹੈ, ਵੀ ਸ਼ੁੱਡ ਟਰੈਵਲ ਥਰੂ ਦ ਨਾਈਟਸ ਆਲਸੋ, ਔਰ ਅਸੀਂ ਦਿਨ ਵੇਲੇ ਸੌਵਾਂਗੇ ਵਿੱਚ ਸਨੈਚਿਸ ਦੇ ਵਿੱਚ। ਸੋ ਨੈਕਸਟ ਇਜ਼, ਸੋ ਇਹਦੇ ਵਿੱਚ ਇਹ ਵੀ ਆ ਸਕਦਾ ਹੈ ਹਾਊ ਡਿਡ ਦ ਕੈਮਲਸ ਐਂਡ ਦ ਕੈਮਲ ਮੈਨ ਬਿਹੇਵ? ਉਹ ਕਿੱਦਾਂ ਬਿਹੇਵ ਕਰ ਰਹੇ ਸੀ? ਦਿਸ ਯੂ ਆਲਰੇਡੀ ਨੋ ਨਾਓ।
Next is describe the scene at the place which the three magi reached at dawn. So ਸਾਰਾ ਤੁਸੀਂ ਇਹਦੇ ਦੱਸੋਗੇ ਕਿ ਉਹ ਕਿੱਦਾਂ ਦੀ ਸੀਗੀ. There was vegetation, it was a temperate valley or trees ਸੀ ਉੱਥੇ. Next is what was the mission of the magi? Why had they undertaken such a long and arduous journey? So ਕੀ ਸੀ ਉਹਨਾਂ ਦਾ ਮਿਸ਼ਨ ਉੱਥੇ ਜਾਣ ਦਾ ਕਿ ਉਹਨਾਂ ਨੂੰ ਸਾਇੰਸ ਮਿਲੇ ਸੀ, ਸਾਇੰਸ ਫਰੋਮ ਦਾ ਅਬਵ, ਸਾਇੰਸ ਫਰੋਮ ਦਾ ਹੈਵਨ ਮਿਲੇ ਸੀ ਕਿ ਦੁਨੀਆ ਨੂੰ ਬਚਾਉਣ ਵਾਲਾ ਆ ਗਿਆ ਕਿਉਂਕਿ ਪਾਪ ਬਹੁਤ ਜ਼ਿਆਦਾ ਵੱਧ ਗਏ ਸੀਗੇ. ਸੋ ਪਾਪਾਂ ਦਾ ਨਾਸ਼, ਪਾਪੀਆਂ ਦਾ ਨਾਸ਼ ਕਰਨ ਵਾਲਾ ਆ ਗਿਆ. ਸੋ ਫਿਰ ਉਹਨੂੰ ਦੇਖਣ ਗਏ ਸੀ. ਵਾਟ ਇਜ਼ ਦ ਮੋਸਟ essential part of the journey of the magi? ਸਭ ਤੋਂ ਜਿਹੜਾ important part ਕਿਹੜਾ ਸੀ ਜਦੋਂ when they visited the baby Christ and when they had a look at him? That was the most essential part of the journey of the magi ਕਿਉਂਕਿ it was a birth also and it was a death also. So it was the death of their old beliefs, ਉਹਨਾਂ ਦੇ ਪੁਰਾਣੇ ਵਿਸ਼ਵਾਸਾਂ ਦਾ, ਉਹਨਾਂ ਦੇ ਪੁਰਾਣੇ ਧਰਮ ਦਾ, ਉਹਨਾਂ ਦਾ ਪੁਰਾਣੇ way of thinking ਦਾ ਕੀ ਸੀਗਾ, ਡੈਥ ਸੀਗਾ. How did Christ, next is how did Christ's birth became an agony for the three magi? So ਉਹਨਾਂ ਵਾਸਤੇ painful ਕਿਉਂ ਸੀਗਾ? Because they saw the death of their old selves, selves. Because now they would have to give up their old beliefs, 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 their old way of thinking, their old religion, and giving up something familiar is very difficult. Clear? कि बेशक बहुत ज़्यादा कोई ਤੁਹਾਨੂੰ ਪਤਾ ਵੀ ਹੈ ਕਿ ਕਈ ਖਾਮੀਆਂ ਹੈ ਤੁਹਾਡੇ ਸਿਸਟਮ ਦੇ ਵਿੱਚ, ਪਰ change is always very difficult. The giving up altogether your old way of thinking and your old beliefs is something very difficult. So now I make an end here.